सत श्री अकाल नाजरीन, मैं हरमीत शाह सिंह, सीनियर एडिटर इंडिया टुडे टीवी। ਅੱਜ ਆਪਾਂ ਗੱਲ ਕਰਨ ਲਈ ਇੱਥੇ ਇਕੱਠੇ ਹੋਏ ਹਾਂ ਰਾਹੁਲ ਗਾਂਧੀ ਹੋਰਾਂ ਦੀ ਦਰਬਾਰ ਸਾਹਿਬ ਜੋ ਉਹਨਾਂ ਨੇ ਉੱਥੇ ਨਤਮਸਤਕ ਹੋਏ ਤੇ ਉਸ ਵਿਜ਼ਿਟ ਦੇ ਉੱਤੇ ਕਈ ਤਰ੍ਹਾਂ ਦੀ ਗੱਲਾਂ ਆਈਆਂ ਬਾਹਰ ਔਰ ਯਕੀਨਨ ਸੀ ਕਿ ਬਈ ਜਦੋਂ ਉਹ ਦਰਬਾਰ ਸਾਹਿਬ ਜਾਂਦੇ ਨੇ ਤੇ ਉਹਨਾਂ ਦੇ ਜਿਹੜੇ ਧੁਰ ਵਿਰੋਧੀ ਨੇ ਉਹ ਉਹਨਾਂ ਦਾ ਜਿਹੜਾ ਪਿਛੋਕੜ ਹੈ, ਉਹਨਾਂ ਦਾ ਆਪਣਾ ਤਾਂ ਨਹੀਂ, ਉਹਨਾਂ ਦੇ ਪਰਿਵਾਰ ਦਾ ਜਿਹੜਾ ਪਿਛੋਕੜ ਹੈ ਉਸ ਉੱਤੇ ਗੱਲ ਉਹ ਜ਼ਰੂਰ ਕਰਦੇ ਨੇ ਤੇ ਉਸ ਉੱਤੇ ਉਹ ਹਮਲਾ ਵੀ ਬੋਲਦੇ ਨੇ। ਐਤਕੀ ਵੀ ਉਹ ਜਦੋਂ ਗਏ ਤੇ ਉਹਨਾਂ ਦੇ ਉੱਤੇ, ਉਹਨਾਂ ਦੇ ਪਰਿਵਾਰ ਦੇ ਉੱਤੇ ਹਮਲੇ ਬੋਲੇ ਗਏ। ਅਕਾਲੀਆਂ ਨੇ ਬੋਲੇ, ਭਾਜਪਾ ਨੇ ਬੋਲੇ, ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਦੀ ਗੱਲ ਕੀਤੀ। ਇਸ ਸਬਜੈਕਟ ਦੇ ਉੱਤੇ, ਇਸ ਟੌਪਿਕ ਦੇ ਉੱਤੇ ਅਸੀਂ ਥੋੜ੍ਹੀ ਦੇਰ ਬਾਅਦ ਆਉਂਦੇ ਹਾਂ। ਪਹਿਲਾਂ ਗੱਲ ਕਰਦੇ ਹਾਂ ਜਦੋਂ ਦਰਬਾਰ ਸਾਹਿਬ ਜਾਂਦੇ ਨੇ ਉਸ ਦਾ ਪਿਛੋਕੜ ਕੀ ਸੀ, ਕੀ ਇਹ ਨਿਰੋਲ ਕੋਈ ਪੋਲੀਟੀਕਲ ਵਿਜ਼ਿਟ ਸੀ ਜਾਂ ਇਸ ਦੇ ਪਿੱਛੇ ਕੁਝ ਹੋਰ ਮੰਤਵ ਸੀ। ਦੇਖੋ ਬੜੀ ਇੱਕ ਅਗਰ ਜਿਸ ਤਰ੍ਹਾਂ ਕਿਹਾ ਜਾਏ ਫੇਅਰਲੀ ਗੱਲ ਕਰੀਏ ਤੇ ਰਾਹੁਲ ਗਾਂਧੀ ਹੋਰੀ ਇਸ ਵੇਲੇ ਭਾਰਤ ਜੋੜੋ ਯਾਤਰਾ 'ਤੇ ਨੇ ਔਰ ਉਹ ਉਹਨਾਂ ਪ੍ਰਾਂਤਾਂ ਵਿੱਚ ਨਹੀਂ ਗਏ ਜਿੱਥੇ ਹੁਣੇ ਹਾਲ ਵਿੱਚ ਜਿਹੜੇ ਚੋਣਾਂ ਹੋਈਆਂ ਨੇ, ਉੱਧਰ ਉਹਨਾਂ ਵੱਲ ਉਹਨਾਂ ਦੇ ਉਹ ਨਕਸ਼ੇ ਵਿੱਚ ਨਹੀਂ ਆਇਆ। ਤੇ ਪੰਜਾਬ ਦਾ ਦੌਰਾ ਜਿਹੜਾ ਉਹਨਾਂ ਦਾ ਆਉਂਦਾ ਹੈਗਾ ਉਹ ਇਸੀ ਭਾਰਤ ਜੋੜੋ ਯਾਤਰਾ ਦੇ ਸੰਦਰਭ ਵਿੱਚ ਆਉਂਦਾ ਔਰ ਇਹ ਜਿਹੜਾ ਉਹ ਜਿਸ ਮਿਸ਼ਨ 'ਤੇ ਨੇ, ਅਗਰ ਫਿਰ ਅਸੀਂ ਬੜੀ ਫੇਅਰਲੀ ਗੱਲ ਕਰਦੇ ਹਾਂ ਕਿ ਇਹ ਮਿਸ਼ਨ ਜਿਹੜਾ ਉਹਨਾਂ ਨੇ ਜਿਹੜਾ ਇੱਕ ਟੀਚਾ ਉਹਨਾਂ ਨੇ ਜੋ ਆਪਣੇ ਸਾਹਮਣੇ ਰੱਖਿਆ ਹੈ, ਇਹ ਕੋਈ ਸਧਾਰਨ ਟੀਚਾ ਨਹੀਂ ਹੈਗਾ। ਅੱਜ ਦੇ ਸਿਆਸੀ ਮਾਹੌਲ ਦੇ ਵਿੱਚ, ਅੱਜ ਦੇ ਸਮਾਜਿਕ ਮਾਹੌਲ ਦੇ ਵਿੱਚ ਅਗਰ ਰਾਹੁਲ ਗਾਂਧੀ ਅਗਰ ਇੱਕ ਕੰਨਿਆ ਕੁਮਾਰੀ ਤੋਂ ਲੈ ਕੇ ਤੇ ਕਸ਼ਮੀਰ ਤੱਕ ਜਾਣ ਦਾ ਅਗਰ ਉਹ ਇੱਕ ਉਹਨਾਂ ਨੇ ਯਾਤਰਾ ਸ਼ੁਰੂ ਕੀਤੀ ਹੈਗੀ ਹੈ ਤੇ ਉਸ ਵਿੱਚ ਉਸ ਨੂੰ ਉਸ ਵੱਡੇ ਲੈਂਸ ਨਾਲ, ਉਸ ਵੱਡੇ ਜਿਹਨੂੰ ਬਰਡਸ ਆਈ ਵਿਊ ਆਖਦੇ ਹਾਂ ਅਸੀਂ, ਉਸ ਨਾਲ ਵੇਖਣਾ ਬੜਾ ਜ਼ਰੂਰੀ ਹੈਗਾ ਔਰ ਉਸੇ ਵਿੱਚ ਹੀ ਪੰਜਾਬ ਆਉਂਦਾ ਹੈਗਾ। ਤੇ ਉਹ ਨਿਰੋਲ ਇਹ ਕਹੀਏ ਕਿ ਉਹ ਇੱਕ ਪੋਲੀਟੀਕਲ ਵਿਜ਼ਿਟ ਸੀ, ਮੇਰੇ ਖਿਆਲ ਨਾਲ ਇਹ ਕਹਿਣਾ ਜਿਹੜਾ ਹੋਏਗਾ ਇਹ ਗਲਤ ਹੋਏਗਾ ਕਿਉਂਕਿ ਪੰਜਾਬ ਵਿੱਚ ਇਲੈਕਸ਼ਨ ਜਿਹੜੀ ਸੀ, ਜਿਹੜੀ ਅਸੈਂਬਲੀ ਇਲੈਕਸ਼ਨ ਸੀ ਹੋ ਚੁੱਕੀਆਂ ਨੇ। ਅਗਲੀ ਜਿਹੜੀ ਇਲੈਕਸ਼ਨ ਹੈਗੀ ਉਹ ਤੇ ਜਨਰਲ ਇਲੈਕਸ਼ਨ ਹੈਗੀ, ਉਹ ਪੰਜਾਬ ਵਿੱਚ 13 ਸੀਟਾਂ ਨੇ, ਉਸ ਨੂੰ ਹਜੇ ਥੋੜ੍ਹਾ ਸਮਾਂ ਹੈਗਾ ਔਰ ਲੋਕਾਂ ਦੀ ਯਾਦਾਸ਼ਤ ਬੜੀ ਘੱਟ ਹੁੰਦੀ ਹੈ ਤੇ ਅਗਰ ਉਹ ਇਲੈਕਸ਼ਨ ਹੁੰਦਾ ਤੇ ਉਹ ਇਲੈਕਸ਼ਨ ਦੇ ਨੇੜੇ ਤੇੜੇ ਜਾਂਦੇ ਆ। ਇਲੈਕਸ਼ਨ ਨੂੰ ਹਜੇ ਸਮਾਂ ਹੈਗਾ, ਲੋਕ ਸਭਾ ਦੀ ਚੋਣਾਂ ਨੂੰ ਸਮਾਂ ਹੈਗਾ। ਰਾਹੁਲ ਗਾਂਧੀ ਜਿਹੜੇ ਮਾਹੌਲ ਦੇ ਵਿੱਚ ਯਾਤਰਾ ਕਰ ਰਹੇ ਨੇ, ਇੱਕ ਵਾਰ ਫਿਰ ਉਸ ਉੱਤੇ ਗੱਲ ਕਰਨੀ ਬੜੀ ਜ਼ਰੂਰੀ ਬਣਦੀ ਹੈ ਕਿ ਇਹ ਦੇਖੀਏ ਕਿ ਪਿਛਲੇ 7-8 ਸਾਲਾਂ ਦੇ ਉੱਤੇ ਜਿਸ ਕਿਸਮ ਦੇ ਹਮਲੇ ਰਾਹੁਲ ਗਾਂਧੀ ਉੱਤੇ ਰਾਜਨੀਤਿਕ ਹਮਲੇ ਜਿਹੜੇ ਹੁੰਦੇ ਰਹੇ ਨੇ, ਪੋਲੀਟੀਕਲ ਹਮਲੇ ਹੁੰਦੇ ਰਹੇ ਨੇ, ਉਹ ਉਹਨਾਂ ਦਾ ਮਕਸਦ ਇੱਕੋ ਹੀ ਸੀ ਕਿ ਉਹਨਾਂ ਦੇ ਕੱਦ ਨੂੰ ਛੋਟਾ ਕਰਨਾ, ਉਹਨਾਂ ਨੂੰ ਇੱਕ ਤਰ੍ਹਾਂ ਦਾ ਪੱਪੂ ਪੇਸ਼ ਕਰਨਾ ਜੋ ਅਕਸਰ ਉਹਨਾਂ ਉੱਤੇ ਆਉਂਦਾ ਰਿਹਾ। ਉਸ ਦੇ ਬਾਵਜੂਦ ਰਾਹੁਲ ਗਾਂਧੀ ਇੰਨੇ ਵੱਡੀ ਯਾਤਰਾ 'ਤੇ ਨਿਕਲਦੇ ਨੇ ਤੇ ਉਹਨਾਂ ਨਾਲ ਲੋਕੀ ਜੁੜਦੇ ਨੇ। ਉਹ ਗੱਲ ਕਰਦੇ ਨੇ ਪੂੰਜੀਵਾਦ ਦੀ, ਉਹ ਗੱਲ ਕਰਦੇ ਨੇ ਭਾਰਤ ਜੋੜਨ ਦੀ, ਯਾਨੀ ਕਿ ਉਹ ਗੱਲ ਕਰਦੇ ਨੇ ਧਾਰਮਿਕ ਏਕਤਾ ਦੀ, ਗੱਲ ਕਰਦੇ ਨੇ ਸੈਕੂਲਰਿਜ਼ਮ ਦੀ, ਗੱਲ ਕਰਦੇ ਨੇ ਜਿਹੜਾ ਸੰਘੀ ਢਾਂਚਾ, ਜਿਹੜਾ ਫੈਡਰਲਿਜ਼ਮ ਹੈ, ਉਸ ਨੂੰ ਕਿਸ ਤਰ੍ਹਾਂ ਬਰਕਰਾਰ ਰੱਖਿਆ ਜਾਏ ਉਸ ਦੀ। ਇਹਨਾਂ ਗੱਲਾਂ ਦੇ ਵਿੱਚ ਜਦੋਂ ਉਹ ਅੱਗੇ ਵਧਦੇ ਨੇ ਤੇ ਬਾਵਜੂਦ ਇਸ ਦੇ ਕਿ ਉਹਨਾਂ ਉੱਤੇ ਇਤਨੇ ਵੱਡੇ ਹਮਲੇ ਹੁੰਦੇ ਰਹੇ ਨੇ, ਇੰਨਾ ਵੱਡਾ ਪ੍ਰੋਪੇਗੈਂਡਾ ਮਸ਼ੀਨਰੀ ਚੱਲਦੀ ਰਹੀ ਹੈ ਉਹਨਾਂ ਦੇ ਬਰਖਲਾਫ, ਉਹ ਫਿਰ ਵੀ ਇਕੱਲਿਆਂ ਤੁਰਦੇ ਨੇ। ਉਹਨਾਂ ਦੀ ਆਪਣੀ ਪਾਰਟੀ ਵਾਲੇ ਵੀ ਜਿਹੜੇ ਪੁਰਾਣੇ ਲੋਕ ਨੇ ਉਹ ਉਹਨਾਂ ਦੇ ਵਿਰੁੱਧ ਹੋ ਜਾਂਦੇ ਨੇ, ਕਈ ਪਾਰਟੀ ਛੱਡ ਜਾਂਦੇ ਨੇ, ਕਈ ਸਾਥ ਛੱਡ ਜਾਂਦੇ ਨੇ, ਵਿਦਾਵਾ ਦੇ ਜਾਂਦੇ ਨੇ। ਸਾਰੀਆਂ ਗੱਲਾਂ ਆਪਾਂ ਵੇਖੀਆਂ ਨੇ। ਇਸ ਦੇ ਬਾਵਜੂਦ ਉਹ ਨਿਕਲਦੇ ਨੇ। ਇਹ ਕੋਈ ਛੋਟੀ ਗੱਲ ਨਹੀਂ, ਇਸ ਨੂੰ ਉਸ ਪੱਖੋਂ ਲੈਣਾ ਬੜਾ ਜ਼ਰੂਰੀ ਬਣਦਾ ਹੈ ਔਰ ਇਸੇ ਸੰਦਰਭ ਦੇ ਵਿੱਚ ਉਹ ਪੰਜਾਬ ਵੀ ਜਾਂਦੇ ਨੇ ਜਦੋਂ ਦਰਬਾਰ ਸਾਹਿਬ ਜਾਂਦੇ ਨੇ। ਐਤਕੀ ਜਦੋਂ ਦਰਬਾਰ ਸਾਹਿਬ ਜਾਂਦੇ ਨੇ, ਖਾਸ ਕਰਕੇ ਉਹਨਾਂ ਦਾ ਜਿਹੜਾ ਲਿਬਾਸ ਹੈ ਉਹ ਧਿਆਨ ਦਾ ਕੇਂਦਰ ਬਣਦਾ ਹੈ ਕਿਉਂਕਿ ਉਹ ਪਰਨਾ ਨਹੀਂ ਪਾਉਂਦੇ, ਉਹ ਜਿਹੜਾ ਸਕਾਰਫ ਹੁੰਦਾ ਉਹ ਨਹੀਂ ਪਾਉਂਦੇ, ਉਹ ਬਕਾਇਦਾ ਦਸਤਾਰ ਸਜਾਉਂਦੇ ਨੇ। ਬੜੀ ਖੂਬਸੂਰਤ ਦਸਤਾਰ ਉਹਨਾਂ ਨੂੰ ਉਹ ਸਜਾਉਂਦੇ ਨੇ। ਅਕਸ਼ੇ ਕੁਮਾਰ ਵਰਗੀ ਉਹ ਟੋਪੀ ਟਾਈਪ ਦਸਤਾਰ, ਪੱਗ ਨਹੀਂ ਹੁੰਦੀ ਜਿਹੜੀ ਅਸੀਂ ਸਿੰਘ ਇਸ ਕਿੰਗ ਵਿੱਚ ਵੇਖੀ ਸੀ, ਬੜੀ ਉਹ ਮਾੜੀ ਜਿਹੀ ਲੱਗਦੀ ਹੈ। ਉਹ ਬਕਾਇਦਾ ਪੱਗ ਬੱਧੀ ਹੁੰਦੀ ਹੈ ਉਹਨਾਂ ਨੇ, ਬੜੀ ਖੂਬਸੂਰਤ 50 ਵੀ ਦਿਖ ਰਹੀ ਹੁੰਦੀ ਹੈ। ਉਹਨਾਂ ਦਾ ਜਿਹੜੀ ਦਾੜੀ ਹੈਗੀ ਹੈ ਉਹ ਇਹ ਨਹੀਂ ਕਿ ਉਹਨਾਂ ਨੇ ਸਿਰਫ ਇਸ ਵਿਜ਼ਿਟ ਵਾਸਤੇ ਵਧਾਈ ਹੋਵੇ, ਉਹਨਾਂ ਦੀ ਦਾੜੀ ਬੱਧੀ ਹੈਗੀ ਹੈ ਔਰ ਬਿਲਕੁਲ ਉਹ ਜੋ ਜਾਂਦੇ ਨੇ ਤੇ ਉਸ ਦੀ ਜਿਹੜੀ ਸਿੱਖ ਇਮੇਜਰੀ
ਸਾਹਮਣੇ ਆਉਂਦੀ ਹੈ, ਹਾਲਾਂਕਿ ਉਹ ਗੈਰ ਸਿੱਖ ਨੇ, ਲੇਕਿਨ ਜਿਹੜੀ ਸਿੱਖ ਇਮੇਜਰੀ ਸਾਹਮਣੇ ਆਉਂਦੀ ਹੈ ਬੜੀ ਹਲੀਮੀ ਨਾਲ ਉਹ ਮੱਥਾ ਟੇਕਦੇ ਨੇ, ਸਾਰੇ ਹਲੀਮੀ ਨਾਲ ਟੇਕਦੇ ਨੇ। ਤੇ ਉਹਨਾਂ ਨੇ ਵੀ ਇਹੀ ਕੀਤਾ ਤੇ ਬੜੇ ਢੰਗ ਨਾਲ, ਉਹ ਬੜੇ ਸੁਚੱਜੇ ਢੰਗ ਨਾਲ ਉਹਨਾਂ ਦਾ ਇਹ ਦੌਰਾ ਸੰਪੰਨ ਹੋਇਆ। ਪਰ ਨਾਲ ਦੇ ਨਾਲ ਹੀ ਅਕਾਲੀਆਂ ਨੇ ਉਹਨਾਂ ਨੂੰ ਚੇਤਾ ਕਰਾਇਆ ਆਪਰੇਸ਼ਨ ਬਲੂ ਸਟਾਰ ਦਾ। ਹੁਣ ਅਸੀਂ ਆਉਂਦੇ ਹਾਂ ਆਪਰੇਸ਼ਨ ਬਲੂ ਸਟਾਰ ਦੇ ਉੱਤੇ। ਸਾਕਾ ਨੀਲਾ ਤਾਰਾ ਜਿਹੜਾ 1984 ਵਿੱਚ ਹੁੰਦਾ ਹੈ, ਉਸ ਉੱਤੇ ਆਪਾਂ ਆਉਂਦੇ ਹਾਂ। ਸਾਕਾ ਨੀਲਾ ਤਾਰਾ ਹੁੰਦਾ ਹੈਗਾ ਜਦ ਉਹਨਾਂ ਦੀ ਦਾਦੀ ਰਾਹੁਲ ਗਾਂਧੀ, ਉਹਨਾਂ ਦੀ ਦਾਦੀ ਇਸ ਮੁਲਕ ਦੀ ਪ੍ਰਧਾਨ ਮੰਤਰੀ ਸਨ, ਸਾਡੇ ਮੁਲਕ ਦੀ ਪ੍ਰਧਾਨ ਮੰਤਰੀ ਸਨ। ਤੇ ਫਿਰ ਉਸੇ ਸਾਲ ਹੀ ਜਦੋਂ ਰਾਜੀਵ ਗਾਂਧੀ ਸਹੁੰ ਚੁੱਕ ਲੈਂਦੇ ਨੇ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੁੰਦਾ ਹੈ। ਇਹ ਇਤਿਹਾਸ ਹੈ ਔਰ ਇਹ ਇਤਿਹਾਸ ਕਦੀ ਬਦਲਿਆ ਨਹੀਂ ਜਾ ਸਕਦਾ। ਇਹ ਇੱਕ ਬੜਾ ਕਾਲਾ ਇੱਕ ਇਤਿਹਾਸ ਜੋ ਆਜ਼ਾਦ ਭਾਰਤ ਦੀ ਰਿਕਾਰਡ ਵਿੱਚ ਆਉਂਦਾ ਉਹ ਹੈਗਾ। ਤੇ ਹੁਣ ਉਹਨਾਂ ਨੂੰ ਇਹ ਗੱਲਾਂ ਚੇਤੇ ਕਰਾਈ ਜਾਂਦੀਆਂ ਨੇ। ਅਕਾਲੀ ਸੁਖਬੀਰ ਸਿੰਘ ਬਾਦਲ ਹੋਰੀ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ। ਇੱਕ ਭਾਜਪਾ ਦਾ ਜਿਹੜਾ ਬੁਲਾਰਾ ਹੁੰਦਾ ਉਹ ਇੱਥੋਂ ਤੱਕ ਕਹਿ ਦਿੰਦਾ ਹੈਗਾ ਰਾਹੁਲ ਗਾਂਧੀ ਹੋਰਾਂ ਨੂੰ ਕਿ ਤੁਸੀਂ ਜਾਓ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਅੱਗੇ ਪੇਸ਼ ਹੋਵੋ ਤੇ ਉੱਥੇ ਤਨਖਾਹ ਲਗਵਾਓ। ਅਗਰ ਅਸੀਂ ਪਰੰਪਰਾ ਦੀ ਗੱਲ ਕਰੀਏ ਤੇ ਕੋਈ ਗੈਰ ਸਿੱਖ ਜਿਹੜਾ ਹੈਗਾ ਉਸ ਨੂੰ ਇਹ ਕਰਨ ਦੀ ਲੋੜ ਨਹੀਂ ਹੁੰਦੀ, ਪਹਿਲੀ ਗੱਲ। ਦੂਸਰੀ ਗੱਲ ਇਹ ਹੁੰਦੀ ਹੈ ਕਿ ਉੱਥੇ ਜਿਹੜੀ ਕੋਈ ਉਹ ਬੰਦਾ ਜਿਸ ਦੇ ਪਿਤਾ ਨੇ ਜਾਂ ਜਿਸ ਦੇ ਦਾਦੇ ਪੜਦਾਦਿਆਂ ਨੇ ਕੋਈ ਗਲਤੀ ਕੀਤੀ ਹੋਵੇ, ਖੈਰ ਮੈਂ ਆਪਰੇਸ਼ਨ ਬਲੂ ਸਟਾਰ ਨੂੰ ਗਲਤੀ ਨਹੀਂ ਮੰਨਦਾ, ਮੈਂ ਉਸ ਨੂੰ ਗੁਨਾਹ ਮੰਨਦਾ, ਤੇ ਉਹ ਹੋਇਆ ਹੋਵੇ ਤੇ ਪਰ ਉਸ ਦਾ ਜਿਹੜੇ ਬੱਚੇ ਨੇ ਉਹਨਾਂ ਕੋਲੋਂ ਕੋਈ ਇਸ ਤਰ੍ਹਾਂ ਦੀ ਕੋਈ ਪਰੰਪਰਾ ਨਹੀਂ। ਮੈਂ ਕਈਆਂ ਨਾਲ ਗੱਲ ਕੀਤੀ ਕਿ ਉਹਨਾਂ ਦੇ ਬੱਚਿਆਂ ਕੋਲ ਜਾ ਕੇ ਕਿਹਾ ਜਾਵੇ ਕਿ ਵੀ ਤੁਸੀਂ ਹੁਣ ਜਾ ਕੇ ਉੱਥੇ ਜਾ ਕੇ ਦਰਬਾਰ ਸਾਹਿਬ ਅੱਗੇ ਪੇਸ਼ ਹੋਵੋ, ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਵੋ, ਜਥੇਦਾਰ ਸਾਹਿਬ ਅੱਗੇ ਪੇਸ਼ ਹੋਵੋ ਤੇ ਉੱਥੇ ਜਾ ਕੇ ਆਪਣੀ ਮਾਫੀ ਮੰਗੋ। ਇਹ ਪਰੰਪਰਾ ਵਿੱਚ ਨਹੀਂ ਹੈ। ਬਹਿਰਹਾਲ ਕਿਉਂਕਿ ਸਿਆਸਤ ਚੱਲ ਰਹੀ ਹੈ, ਸਿਆਸਤ ਵਿੱਚ ਗੱਲ ਆ ਗਈ, ਜਿਨ੍ਹਾਂ ਨੇ ਕੀਤੀ ਸ਼ਾਇਦ ਉਹਨਾਂ ਨੂੰ ਵੀ ਪਤਾ ਹੋਵੇ ਕਿ ਇਹ ਪਰੰਪਰਾ ਤਾਂ ਨਹੀਂ ਹੈ, ਲੇਕਿਨ ਕਿਉਂਕਿ ਇੱਕ ਨੈਰੇਟਿਵ ਰਚਿਆ ਗਿਆ ਉਸ ਸੰਦਰਭ ਵਿੱਚ ਅਸੀਂ ਹੁਣ ਗੱਲ ਕਰਦੇ ਹਾਂ ਕਿ ਉਹਨਾਂ ਕੋਲੋਂ ਮਾਫੀ ਤੱਕ ਦੀ ਗੱਲ ਹੋਈ। ਹੁਣ ਕੀ ਰਾਹੁਲ ਗਾਂਧੀ ਹੋਰਾਂ ਨੂੰ ਆਪਰੇਸ਼ਨ ਬਲੂ ਸਟਾਰ ਉੱਤੇ ਮਾਫੀ ਮੰਗਣੀ ਚਾਹੀਦੀ ਹੈ ਜਾਂ ਨਹੀਂ ਮੰਗਣੀ ਚਾਹੀਦੀ? ਮੈਂ ਇਸ ਨੂੰ ਬੜਾ ਸੋਚ ਰਿਹਾ ਸੀ ਔਰ ਜੋ ਕਿਉਂ ਹਾਲਾਂਕਿ ਹੀ ਡਜ਼ਨਟ ਓ ਐਨ ਅਪੋਲੋਜੀ, ਕਿਉਂਕਿ ਮੈਂ ਤੁਹਾਨੂੰ ਪਹਿਲੇ ਵੀ ਗੱਲ ਕੀਤੀ ਕਿ ਜੋ ਇਹ ਗੁਨਾਹ ਹੋਇਆ, ਮੈਂ ਗਲਤੀ ਨਹੀਂ ਇਸ ਨੂੰ ਗੁਨਾਹ ਕਹਿਣਾ, ਇਹ ਹੋਇਆ ਇਹ ਇੰਦਰਾ ਗਾਂਧੀ ਵੇਲੇ ਉਹਨਾਂ ਦੇ ਹੁਕਮਾਂ ਅਨੁਸਾਰ ਹੋਇਆ। ਔਰ ਜੋ 84 ਦਾ ਕਤਲੇਆਮ ਹੁੰਦਾ ਉਸ ਵੇਲੇ ਰਾਜੀਵ ਗਾਂਧੀ 31 ਅਕਤੂਬਰ ਨੂੰ ਸਹੁੰ ਲੈ ਚੁੱਕੇ ਹੁੰਦੇ ਨੇ, ਉਹ ਮੁਲਕ ਦੇ ਪ੍ਰਧਾਨ ਮੰਤਰੀ ਹੁੰਦੇ ਨੇ। ਤੇ ਇਹ ਸਾਰੀਆਂ ਗੱਲਾਂ ਨੂੰ ਮੱਦ ਨਜ਼ਰ ਰੱਖਦੇ ਹੋਏ ਉਹਨਾਂ ਦੀ ਅਪੋਲੋਜੀ, ਰਾਹੁਲ ਗਾਂਧੀ ਹੋਰਾਂ ਦੀ ਅਪੋਲੋਜੀ ਨਹੀਂ ਬਣਦੀ। ਲੇਕਿਨ ਮੈਂ ਪਰਸਨਲੀ ਜੋ ਮੈਨੂੰ ਜਾਪਦਾ ਹੈ, ਮੈਂ ਸਮਝਦਾ ਹਾਂ ਕਿ ਦੁਨੀਆ ਦੇ ਇਤਿਹਾਸ ਨੂੰ ਅਗਰ ਅਸੀਂ ਦੇਖ ਲਈਏ ਤੇ ਪੋਪ ਨੇ ਵੀ ਮਾਫੀ ਮੰਗੀ ਹੈ। ਜਸਟਿਨ ਟਰੂਡੋ ਹੋਰਾਂ ਨੇ ਕੋਮਾਗਾਟਾ ਮਾਰੂ ਦਾ ਜਿਹੜਾ ਹੋਇਆ ਸੀ ਅੱਜ ਤੋਂ 100 ਤੋਂ ਵੱਧ ਵਰ੍ਹਿਆਂ ਪਹਿਲਾਂ, ਉਸ ਉੱਤੇ ਮਾਫੀ ਮੰਗੀ ਹੈ। ਤੇ ਕਈ ਹੋਰ ਐਸੀ ਦੁਨੀਆ ਦੇ ਵਰਲਡ ਲੀਡਰਸ ਨੇ ਜਿਨ੍ਹਾਂ ਨੇ ਇਤਿਹਾਸਕ ਜਿਹੜੀਆਂ ਗਲਤੀਆਂ, ਜਿਹੜੇ ਗੁਨਾਹ ਹੋਏ ਹੋਣ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਮਾਫੀ ਮੰਗੀ ਔਰ ਕਿਹਾ ਕਿ ਇਹ ਗਲਤੀ ਨਹੀਂ ਹੋਣੀ ਚਾਹੀਦੀ, ਇਹ ਗੁਨਾਹ ਨਹੀਂ ਹੋਣੇ ਚਾਹੀਦੇ। ਪਰ ਰਾਹੁਲ ਗਾਂਧੀ ਜਿਹੜੇ ਨੇ ਉਹ ਪਾਵਰ ਵਿੱਚ ਨਹੀਂ ਨੇ, ਉਹ ਨੈਸ਼ਨਲ ਪਾਵਰ ਵਿੱਚ ਨਹੀਂ ਹੈਗੇ। ਉਹ ਅਗਰ ਹੈ ਵੀ ਨੇ ਤਾਂ ਇੱਕ ਓਪੋਜੀਸ਼ਨ ਲੀਡਰ ਨੇ ਔਰ ਉਹਨਾਂ ਕੋਲ ਲੀਡਰ ਆਫ ਓਪੋਜੀਸ਼ਨ ਦਾ ਵੀ ਕੋਈ ਤਮਗਾ ਨਹੀਂ ਹੈਗਾ। ਜਿਸ ਮਕਾਮ 'ਤੇ ਨੇ ਉਹ ਹੁਣ ਪਾਰਟੀ ਦੇ ਪ੍ਰਧਾਨ ਵੀ ਨਹੀਂ ਨੇ, ਪਾਰਟੀ ਦੇ ਇੱਕ ਆਈਡੀਓਲੌਗ ਨੇ, ਉਹ ਯਾਤਰਾ 'ਤੇ ਨਿਕਲੇ ਹੋਏ ਨੇ। ਤੇ ਇਸ ਪੂਰੇ ਕੰਟੈਕਸਟ ਦੇ ਵਿੱਚ ਉਹ ਮਾਫੀ ਦੇਣ ਮੰਗਣ ਨਾ ਮੰਗਣ ਇਹ ਉਹਨਾਂ ਦੀ ਪਰਸਨਲ ਰਾਏ ਹੈ। ਲੇਕਿਨ ਅਗਰ ਉਹ ਮਾਫੀ ਮੰਗਦੇ ਨੇ, ਜੋ ਮੈਂ ਸਮਝਦਾ ਕਿ ਮੰਗ ਵੀ ਲੈਣ 'ਤੇ ਉਸ ਵਿੱਚ ਕੋਈ ਇਤਰਾਜ਼ ਨਹੀਂ, ਤੇ ਉਸ ਨਾਲ ਉਹਨਾਂ ਦਾ ਕੱਦ ਹੋਰ ਵੱਡਾ ਹੀ ਹੁੰਦਾ ਹੈ। ਉਹ ਇਸ ਤਰ੍ਹਾਂ ਹੁੰਦਾ ਹੈ ਕਿ ਜਿਸ ਕਿਸਮ ਦੀ ਉਹਨਾਂ ਦੀ ਇਮੇਜਰੀ ਆਈ ਹੈ, ਸਿੱਖ ਇਮੇਜਰੀ ਆਈ ਹੈ, ਜਿਸ ਹਲੀਮੀ ਨਾਲ ਉਹ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੇ ਨੇ ਔਰ ਜਿਸ ਸਿਆਸੀ ਮਾਹੌਲ ਦੇ ਵਿੱਚ ਉਹ ਇੰਨਾ ਵੱਡਾ ਇੱਕ ਚੈਲੰਜ, ਉਹਨਾਂ ਨੇ ਇੰਨਾ ਵੱਡਾ ਇੱਕ ਜਿਹੜਾ ਟੀਚਾ ਸਾਹਮਣੇ ਰੱਖਿਆ ਹੈਗਾ ਸਾਰੀ ਕੌਮਾਂ ਨੂੰ ਇਕੱਠਾ ਕਰਨ ਦਾ, ਜਿਹੜੀ ਕੁੜੱਤਣ ਪਈ ਉਸ ਨੂੰ ਖਤਮ ਕਰਨ ਦਾ, ਤੇ ਉਸ ਸੰਦਰਭ ਦੇ ਵਿੱਚ ਅਗਰ ਉਹ ਮਾਫੀ ਮੰਗਦੇ ਨੇ ਤੇ ਉਸ ਨਾਲ ਉਹਨਾਂ ਦਾ ਕੱਦ ਜਿਹੜਾ ਹੈਗਾ ਨਾ ਸਿਰਫ ਸਿੱਖਾਂ ਦੇ ਵਿੱਚ ਬਲਕਿ ਇਤਿਹਾਸ ਦੇ ਵਿੱਚ ਵੀ ਉਹ ਹੋਰ ਉੱਚਾ ਹੋਏਗਾ ਕਿ ਮੇਰੀ ਪਾਰਟੀ ਵੱਲੋਂ, ਜਦ ਮੇਰੀ ਪਾਰਟੀ ਪਾਵਰ ਵਿੱਚ ਸੀ,
ਇਹ ਕਾਂਗਰਸ ਪਾਵਰ ਹੀ ਸੀ, ਹਾਲਾਂਕਿ ਉਹ ਪ੍ਰਧਾਨ ਨਹੀਂ ਨੇ। ਜਦ ਕਾਂਗਰਸ ਪਾਵਰ ਹੀ ਸੀ, ਮੇਰੇ ਪਰਿਵਾਰ ਦੇ ਮੇਰੀ ਦਾਦੀ ਨੇ ਇਹ ਗੁਨਾਹ ਕੀਤਾ, ਉਹਨਾਂ ਕੋਲ ਇਹ ਗੁਨਾਹ ਹੋਇਆ, ਤੇ ਮੈਂ ਇਸ ਕਰਕੇ ਆਪਰੇਸ਼ਨ ਬਲੂ ਸਟਾਰ ਲਈ ਜੋ ਹੈਗਾ ਉਹ ਉਹਨਾਂ ਦੇ ਬਿਹਾਫ ਦੇ ਉੱਤੇ ਮਾਫੀ ਮੰਗਦਾ। ਇਸ ਤਰ੍ਹਾਂ ਉਹਨਾਂ ਦਾ ਕੱਦ ਵੱਡਾ ਹੁੰਦਾ ਹੈਗਾ। ਔਰ ਨਾਲ ਦੇ ਨਾਲ ਇੱਕ ਜਿਹੜਾ ਮੈਸੇਜ, ਜੋ ਪੋਲੀਟੀਕਲ ਮੈਸੇਜ ਓਵਰਆਲ ਜਾਂਦਾ ਹੈ ਕਿ ਕਾਂਗਰਸ ਜਿਹੜੀ ਹੈ, ਕਿਉਂਕਿ ਰਾਹੁਲ ਗਾਂਧੀ ਇੱਕ ਤਰ੍ਹਾਂ ਦੇ ਹੁਣ ਕਾਂਗਰਸ ਦੇ ਆਈਡੀਓਲੌਗ ਨੇ, ਤੇ ਉਹਨਾਂ ਦੀ ਗਾਈਡੈਂਸ ਹੇਠ ਉਹ ਇਸ ਰਸਤੇ ਸਿਰਫ ਗੱਲ ਦੀ ਗੱਲ ਨਹੀਂ ਕਰ ਰਹੀ, ਉਹ ਵਾਕਈ ਹੀ ਇਤਿਹਾਸ ਵਿੱਚ ਹੋਈਆਂ ਗਲਤੀਆਂ, ਇਤਿਹਾਸ ਵਿੱਚ ਹੋਏ ਗੁਨਾਹ ਨੂੰ ਸੁਧਾਰਨ ਦਾ ਯਤਨਬੱਧ ਹੈ, ਤਾਂ ਜੋ ਬਿਹਤਰ ਫਿਊਚਰ, ਬਿਹਤਰ ਮੁਸਤਕਬਲ ਬਣ ਸਕੇ। ਇਹ ਇੱਕ ਵੱਡਾ ਮੈਸੇਜ ਦੁਨੀਆ ਭਰ ਵਿੱਚ ਜਾ ਸਕਦਾ ਹੈ ਅਗਰ ਉਹ ਇਫ ਹੀ ਚੂਜ਼ਸ ਟੂ ਅਪੋਲੋਜਾਈਜ਼। ਇਹ ਗੱਲ ਹੋ ਗਈ। ਬਾਕੀ ਰਹੀ ਗੱਲ ਅਫਕੋਰਸ ਸਿੱਖ ਵੱਖਵਾਦੀਆਂ ਦੀ ਬੜੀ ਛੋਟੀ ਉਹਨਾਂ ਦੀ ਤਾਦਾਦ, ਫਰਿੰਜ ਐਲੀਮੈਂਟ ਨੇ, ਉਹਨਾਂ ਨੇ ਤਾਂ ਕਦੀ ਸੈਟਿਸਫਾਈ ਹੋਣਾ ਨਹੀਂ, ਭਾਵੇਂ ਉਹ ਮਾਫੀ ਮੰਗ ਲੈਣ, ਭਾਵੇਂ ਉਹ ਮਾਫੀ ਨਾ ਮੰਗਣ, ਜੋ ਵੀ ਕਰਨਗੇ, ਭਾਵੇਂ ਕੋਈ ਹੋਰ ਵੀ ਹੋਵੇ, ਕਿਸੇ ਨਾ ਕਿਸੇ ਇਸ਼ੂ ਦੇ ਉੱਤੇ ਭਾਵੇਂ ਪੁੱਠੇ ਵੀ ਟੰਗ ਜਾਓ, ਤੇ ਉਹਨਾਂ ਨੇ ਸੈਟਿਸਫਾਈਡ ਕਿਧਰੇ ਵੀ ਨਹੀਂ ਹੋਣਾ। ਹਾਲਾਂਕਿ ਉਹ ਗੁਨਾਹ ਜਿਹੜੇ ਨੇ ਆਪਰੇਸ਼ਨ ਬਲੂ ਸਟਾਰ ਇਤਿਹਾਸ ਵਿੱਚ ਰਹੇਗਾ। ਔਰ ਸਿਮਿਲਰਲੀ ਜਿਹੜਾ 1984 ਦਾ ਸਿੱਖ ਕਤਲੇਆਮ ਹੈ ਉਹ ਇਤਿਹਾਸ ਵਿੱਚ ਰਹੇਗਾ, ਉਸ ਨੂੰ ਕੋਈ ਮਿਟਾ ਨਹੀਂ ਸਕਦਾ। ਲੇਕਿਨ ਜਿਹੜੀ ਸਿੱਖ ਵਕਫਾਦੀਆਂ ਜਿਹੜੀ ਸਿਆਸਤ ਹੈ, ਉਸ ਨੂੰ ਆਪਾਂ ਉਸ ਤੋਂ ਥੋੜ੍ਹਾ ਅੱਡ ਹੋ ਕੇ ਦੇਖੀਏ, ਤੇ ਜਿਹੜੀ ਮੇਨ ਸਟਰੀਮ ਜਿਹੜੀ ਸਿੱਖ ਪਾਪੂਲੇਸ਼ਨ ਪੰਜਾਬ ਵਿੱਚ ਹੈ, ਦਿੱਲੀ ਵਿੱਚ ਹੈ, ਹੋਰ ਸ਼ਹਿਰਾਂ ਵਿੱਚ ਹੈ, ਉਹਨਾਂ ਦੇ ਦਿਲਾਂ ਦੇ ਉੱਤੇ ਬੜਾ ਇੱਕ ਅਸਰ ਹੁੰਦਾ ਹੈਗਾ ਅਗਰ ਰਾਹੁਲ ਗਾਂਧੀ ਇਫ ਹੀ ਚੂਜ਼ਸ ਟੂ, ਮੈਂ ਬਾਰ-ਬਾਰ ਇਹ ਗੱਲ ਕਰ ਰਿਹਾ, ਇਫ ਹੀ ਚੂਜ਼ਸ ਟੂ ਅਪੋਲੋਜਾਈਜ਼ ਫॉर ਆਪਰੇਸ਼ਨ ਬਲੂ ਸਟਾਰ। ਇੰਨੀ ਗੱਲ ਹੋ ਗਈ। ਹੁਣ ਆਪਾਂ ਗੱਲ ਅਕਾਲੀਆਂ ਦੀ ਵੀ ਨਾਲ ਦੇ ਨਾਲ ਕਰ ਦਈਏ, ਕਿਉਂਕਿ ਗੱਲ ਨੂੰ ਫੇਅਰਲੀ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਜਿਨ੍ਹਾਂ ਦੇ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੋਵੇ, ਔਰ ਜਿਨ੍ਹਾਂ ਨੇ ਐਸੇ ਅਫਸਰਾਂ ਨੂੰ ਉੱਚੇ ਪੁਲਿਸ ਦੇ ਅਹੁਦਿਆਂ ਉੱਤੇ ਬਿਠਾਇਆ ਹੋਵੇ, ਥਾਪਿਆ ਹੋਵੇ, ਜਿਨ੍ਹਾਂ ਉੱਤੇ ਇਲਜ਼ਾਮ ਲੱਗਦੇ ਰਹੇ ਹੋਣ ਕਿ ਇਹਨਾਂ ਨੇ ਤਸ਼ੱਦਦ ਕੀਤਾ ਹੈ, ਉਹਨਾਂ ਨੂੰ ਵੀ ਥੋੜ੍ਹੀ ਆਪਣੀ ਜਿਹੜਾ ਪੀੜ੍ਹੀ ਹੈ ਉਸ ਹੇਠ ਸੋਟਾ ਮਾਰਨ ਦੀ ਲੋੜ ਹੁੰਦੀ ਹੈ। ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦੇ ਰਾਜ ਵਿੱਚ ਇਹ ਹੋਇਆ। ਇਹ ਤੇ ਆਪਾਂ ਗਵਰਨੈਂਸ ਦੀ ਗੱਲ ਕਰ ਰਹੇ ਹਾਂ। ਦੂਸਰੇ ਪੱਖੋਂ ਉਹਨਾਂ ਦੇ ਰਾਜ ਦੇ ਵਿੱਚ ਹੀ ਜਦੋਂ ਗੁਰਦੁਆਰਾ ਕੰਟਰੋਲ ਵਿੱਚ ਆਏ, ਅਸੀਂ ਦੇਖਿਆ, ਦਿੱਲੀ ਵਿੱਚ ਵੀ ਦੇਖਿਆ ਕਿ ਕਿਸ ਤਰ੍ਹਾਂ ਗੋਲਕ ਲੁੱਟ ਦੀਆਂ ਖਬਰਾਂ ਆਈਆਂ, ਬੇਸ਼ੁਮਾਰ ਇਸ ਤਰ੍ਹਾਂ ਖਬਰਾਂ ਆਈਆਂ ਕਿ ਦਸਵੰਧ ਦੀ ਲੁੱਟ ਹੋ ਰਹੀ ਹੈ। ਉਹਨਾਂ ਨੂੰ ਵੀ ਆਪਣੇ ਪੀੜ੍ਹੀ ਹੇਠ ਸੋਟਾ ਮਾਰਨ ਦੀ ਲੋੜ ਹੈ। ਔਰ ਜਿਹੜੀ ਕੋਰੀ ਸਿਆਸਤ ਹੈ, ਉਸ ਨਾਲ ਗੱਲ ਨਹੀਂ ਬਣਨੀ। ਜਿਹੜੀ ਪਬਲਿਕ ਹੈ ਉਹ ਸਮਝਦਾਰ ਹੈ, ਉਸ ਦੀ ਇੰਟੈਲੀਜੈਂਸ ਨੂੰ ਇਸ ਤਰ੍ਹਾਂ ਚੈਲੰਜ ਕਰਨ ਦੀ ਵੀ ਲੋੜ ਨਹੀਂ। ਹਾਂ, ਜਿੱਥੋਂ ਤੱਕ ਰਾਹੁਲ ਗਾਂਧੀ ਦਾ ਸਵਾਲ ਹੈ, ਉਹ ਇੱਕ ਮਿਸ਼ਨ 'ਤੇ ਨੇ, ਔਰ ਉਹ ਮਿਸ਼ਨ ਜਿਹੜਾ ਹੈਗਾ, ਜੋ ਜਾਪਦਾ ਹੈਗਾ, ਉਹ ਇੱਕ ਰੂਟੀਨ ਇਲੈਕਟੋਰਲ ਸਿਆਸਤ ਤੋਂ ਹਾਲ ਦੀ ਘੜੀ ਬਿਲਕੁਲ ਹਟ ਕੇ ਜਾਪਦਾ ਹੈਗਾ, ਡੇ ਟੂ ਡੇ ਪੋਲੀਟਿਕਸ ਤੋਂ ਹਟ ਕੇ ਜਾਪਦਾ ਹੈਗਾ। ਔਰ ਅਗਰ ਉਹ ਆਪਰੇਸ਼ਨ ਬਲੂ ਸਟਾਰ ਦੇ ਉੱਤੇ ਮਾਫੀ ਮੰਗ ਲੈਂਦੇ ਨੇ, ਔਰ ਕਿਸੇ ਵੀ ਢੰਗ ਨਾਲ ਮੰਗਣ, ਇਹ ਉਹਨਾਂ ਦੀ ਮਰਜ਼ੀ ਹੈ, ਤੇ ਜ਼ਰੂਰ ਇਹ ਜਾਪਦਾ ਹੈ ਕਿ ਦਿਲ ਸਿੱਖਾਂ ਦੇ ਮਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਵਕਾਰ ਹੈ ਉਹ ਉੱਚਾ ਹੀ ਹੋਏਗਾ। ਇਹਨਾਂ ਅੱਖਰਾਂ ਨਾਲ ਆਪ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ ਪੰਜਾਬ ਤੱਕ, ਤੇ ਤਦ ਤੱਕ ਰੱਬ ਰਾਖਾ। ਸਤਿ ਸ੍ਰੀ ਅਕਾਲ।